ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ +1 ਪੋਲੀਟੀਕਲ ਸਾਇੰਸ ਦੇ ਅਗਲੀ ਵੀਡੀਓ 'ਚ। ਅਤੇ ਹੁਣ ਆਪਾਂ ਇਸ ਵੀਡੀਓ ਤੋਂ ਸ਼ੁਰੂਆਤ ਕਰ ਰਹੇ ਹਾਂ ਰਾਜਨੀਤੀ ਸ਼ਾਸਤਰ ਦੇ ਦੂਜੇ ਵਿਗਿਆਨਾਂ ਨਾਲ ਸੰਬੰਧ ਦੇ ਬਾਰੇ। ਅਤੇ ਇਸ ਨੂੰ ਆਪਾਂ ਹਰ ਇੱਕ ਟੋਪਿਕ ਨੂੰ ਆਪਾਂ ਲੈ ਕੇ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਅਤੇ ਵੀਡੀਓ ਬਣਾਵਾਂਗੇ ਉਹਦੇ ਉੱਤੇ, ਰਾਈਟ। ਅਤੇ ਇਹ ਵੀਡੀਓ ਜਿਹੜਾ ਹੈ ਰਾਜਨੀਤੀ ਸ਼ਾਸਤਰ ਦਾ ਅਤੇ ਇਤਿਹਾਸ ਦੇ ਵਿੱਚ ਕੀ ਸੰਬੰਧ ਹੈ ਉਸ ਦੇ ਬਾਰੇ ਹੈ। ਪਰ ਇਸ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਇੱਥੇ ਤੁਹਾਨੂੰ ਦੱਸ ਦੇਵਾਂ ਕਿ ਵੀ ਸਾਰੇ ਜਿਹੜੇ ਸਮਾਜਿਕ ਵਿਗਿਆਨ ਨੇ ਇਹ ਇੱਕ ਦੂਸਰੇ ਨਾਲ ਜੁੜੇ ਹੋਏ ਹਨ। ਇਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਦੂਜੇ ਵਿਗਿਆਨਾਂ ਨਾਲ ਸੰਬੰਧ ਹੈ। ਅਤੇ ਪ੍ਰੋਫੈਸਰ ਗਾਰਨਰ ਠੀਕ ਹੀ ਕਹਿੰਦੇ ਹਨ ਕਿ ਅਸੀਂ ਰਾਜਨੀਤੀ ਸ਼ਾਸਤਰ ਨੂੰ ਰਾਜ ਦੇ ਪੂਰਨ ਵਿਗਿਆਨ ਦੇ ਰੂਪ ਵਿੱਚ ਸਹਾਇਕ ਵਿਗਿਆਨਾਂ ਦੇ ਗਿਆਨ ਤੋਂ ਬਿਨਾਂ ਉਸੇ ਤਰ੍ਹਾਂ ਹੀ ਨਹੀਂ ਸਮਝ ਸਕਦੇ ਹਾਂ ਜਿਸ ਤਰ੍ਹਾਂ ਜੀਵ ਵਿਗਿਆਨ ਨੂੰ ਰਸਾਇਣ ਵਿਗਿਆਨ ਤੋਂ ਬਿਨਾਂ ਅਤੇ ਯੰਤਰ ਵਿਗਿਆਨ ਨੂੰ ਗਣਿਤ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ ਹੈ। ਅਤੇ ਚਲੋ ਸ਼ੁਰੂਆਤ ਕਰਦੇ ਹਾਂ ਭੂਮਿਕਾ ਤੋਂ। ਯਾਦ ਰੱਖੋ ਕਿ ਵੀ ਮੈਂ ਇਸ ਚੀਜ਼ ਨੂੰ ਕਾਫੀ ਡਿਟੇਲ 'ਚ ਬਣਾਇਆ। ਭੂਮਿਕਾ ਆਲਮੋਸਟ ਸਾਰੇ ਜਿਹੜੇ ਵਿਸ਼ੇ ਨਾਲ ਜਿਹੜੇ ਸੰਬੰਧ ਉਹਦੇ 'ਚ ਸੇਮ ਹੈ। ਅਤੇ ਇੱਕ ਜਿਹੜਾ ਪ੍ਰਸ਼ਨ ਹੈ 6 ਨੰਬਰ ਦਾ, ਉਸਨੂੰ ਇੱਕ ਅਟੈਂਪਟ ਕਰਨ ਦਾ ਤਰੀਕਾ ਹੁੰਦਾ ਜਿਸ ਦੇ ਵਿੱਚ ਅਸੀਂ ਇੱਕ ਭੂਮਿਕਾ ਲਿਖਦੇ ਹਾਂ, ਫਿਰ ਉਸ ਕੁਐਸਚਨ 'ਤੇ ਪੂਰਾ ਜਿਹੜਾ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਉਸਨੂੰ ਪੂਰਾ ਡਿਟੇਲ ਦੇ ਵਿੱਚ ਲਿਖਦੇ ਹਾਂ, ਫਿਰ ਇੱਕ ਸਿੱਟਾ ਲਿਖਦੇ ਹਾਂ। ਅਤੇ ਇਸ ਤਰੀਕੇ ਨਾਲ 6 ਵਿੱਚੋਂ 6 ਨੰਬਰ ਆਉਣ ਦੇ ਤੁਹਾਡੇ ਚਾਂਸਿਸ ਹੁੰਦੇ ਆ। ਅਤੇ ਚਲੋ ਅੱਗੇ ਸ਼ੁਰੂ ਕਰਦੇ ਹਾਂ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸਮਾਜ ਦੇ ਵਿੱਚ ਰਹਿੰਦੇ ਇੱਕ ਵਿਅਕਤੀ ਬਹੁਤ ਗਤੀਵਿਧੀਆਂ ਕਰਦਾ ਹੈ, ਬਹੁਤ ਸਾਰੇ ਸੰਬੰਧ ਬਣਾਉਂਦਾ ਹੈ। ਮਨੁੱਖ ਦੇ ਸਾਰੇ ਗਤੀਵਿਧੀ ਅਤੇ ਸੰਬੰਧ ਨੂੰ ਮੁੱਖ ਰੱਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਸਮਾਜਿਕ ਗਤੀਵਿਧੀਆਂ ਕਰਦਾ, ਯਾਨੀ ਕਿ ਸਮਾਜ ਵਿੱਚ ਰਹਿੰਦੇ ਹੋਏ ਆਸ ਪਾਸ ਰਿਸ਼ਤੇਦਾਰ, ਉਸ ਤੋਂ ਬਾਅਦ ਧਾਰਮਿਕ ਗਤੀਵਿਧੀਆਂ ਕਰਦਾ ਅਤੇ ਸੰਬੰਧ ਬਣਾਉਂਦਾ, ਮੰਦਰ ਮਸਜਿਦ ਗੁਰਦੁਆਰੇ ਜਾਂਦਾ ਹੈ ਅਤੇ ਇਸ ਤਰ੍ਹਾਂ ਦੀ ਉਹਨਾਂ ਨਾਲ ਸੰਬੰਧਿਤ ਐਕਟੀਵਿਟੀਜ਼ ਕਰਦਾ ਹੈ। ਇਸੇ ਤਰੀਕੇ ਨਾਲ ਆਰਥਿਕ ਗਤੀਵਿਧੀਆਂ ਕਰਦਾ ਹੈ। ਇਸ ਦਾ ਮਤਲਬ ਹੈ ਕਿ ਬਿਜ਼ਨਸ ਕਰਦਾ ਹੈ, ਨੌਕਰੀ ਕਰਦਾ, ਜੋਬ ਕਰਦਾ ਹੈ, ਕੋਈ ਬਿਜ਼ਨਸ ਚਲਾਉਂਦਾ ਹੈ, ਖੇਤੀਬਾੜੀ ਕਰਦਾ ਹੈ, ਸਾਰੇ ਆ ਗਏ। ਉਸ ਤੋਂ ਬਾਅਦ ਰਾਜਨੀਤਿਕ ਗਤੀਵਿਧੀਆਂ ਕਰਦਾ ਹੈ। ਇਸ ਦਾ ਮਤਲਬ ਹੈ ਕਿ ਵੋਟ ਪਾਉਂਦਾ ਹੈ, ਇਲੈਕਸ਼ਨ ਲੜਦਾ ਹੈ, ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਹੈ, ਕਿਸੇ ਪਾਰਟੀ ਲਈ ਪ੍ਰਚਾਰ ਕਰਦਾ ਹੈ, ਇਹ ਸਾਰਾ ਇਸ ਦੇ ਵਿੱਚ ਆ ਜਾਏਗਾ। ਸੱਭਿਆਚਾਰਕ ਗਤੀਵਿਧੀਆਂ ਕਰਦਾ, ਸਾਡੇ ਜਿਹੜੇ ਰਸਮ ਰਿਵਾਜ ਹੈਗੇ, ਕਸਟਮਸ ਹੈਗੇ, ਮੇਲੇ ਤਿਉਹਾਰ ਹੈਗੇ, ਸਾਡੇ ਪਹਿਰਾਵੇ ਹੈਗੇ, ਉਹ ਸਾਰੇ ਕੁਛ ਇਹਦੇ ਨਾਲ ਰਿਲੇਟਡ ਹੈਗੇ। ਨੈਤਿਕ ਗਤੀਵਿਧੀਆਂ ਕਰਦਾ ਹੈ। ਨੈਤਿਕ ਗਤੀਵਿਧੀਆਂ ਵਿੱਚ ਆ ਜਾਂਦਾ ਹੈ ਕਿ ਕਿਸ ਤਰੀਕੇ ਨਾਲ ਮਨੁੱਖ ਜਿਹੜਾ ਹੈ ਅੱਛਾਈ ਬੁਰਾਈ ਦੇ ਵਿੱਚ ਫ਼ਰਕ ਕਰਦਾ ਹੈ, ਝੂਠ ਸੱਚ ਨੂੰ ਜਾਣਦਾ ਹੈ ਅਤੇ ਉਸ ਤਰੀਕੇ ਨਾਲ ਆਪਣੇ ਆਚਰਣ ਨੂੰ, ਆਪਣੇ ਚਰਿੱਤਰ ਨੂੰ ਵਧੀਆ ਬਣਾਉਂਦਾ ਹੈ। ਇਸੇ ਤਰੀਕੇ ਨਾਲ ਰਾਜਨੀਤੀ ਸ਼ਾਸਤਰ ਜਿਹੜਾ ਹੈ ਅਸੀਂ ਕਹਿ ਸਕਦੇ ਹਾਂ ਕਿ ਮੁੱਖ ਰੂਪ ਦੇ ਵਿੱਚ ਰਾਜਨੀਤਿਕ ਗਤੀਵਿਧੀਆਂ ਅਤੇ ਸੰਬੰਧ ਦਾ ਵਿਗਿਆਨ ਹੈ ਜਾਂ ਸ਼ਾਸਤਰ ਹੈ। ਇਸੇ ਪ੍ਰਕਾਰ ਮਨੁੱਖਾਂ ਦੇ ਦੂਜੇ ਗਤੀਵਿਧੀਆਂ ਦੇ ਅਧਿਐਨ ਲਈ ਦੂਜੇ ਵਿਸ਼ੇ ਹਨ, ਜਿਵੇਂ ਕਿ ਸਮਾਜਿਕ ਗਤੀਵਿਧੀਆਂ ਅਤੇ ਸੰਬੰਧ ਅਧਿਐਨ ਲਈ ਸਮਾਜਿਕ ਸ਼ਾਸਤਰ ਹੈ, ਆਰਥਿਕ ਗਤੀਵਿਧੀਆਂ ਲਈ ਆਰਥਿਕ ਸ਼ਾਸਤਰ ਹੈ, ਰਾਈਟ। ਅਤੇ ਨੈਤਿਕ ਗਤੀਵਿਧੀਆਂ ਅਤੇ ਸੰਬੰਧ ਦੇ ਅਧਿਐਨ ਲਈ ਨੀਤੀ ਸ਼ਾਸਤਰ ਹੈ। ਪਰ ਮਨੁੱਖਾਂ ਦੇ ਗਤੀਵਿਧੀਆਂ ਅਤੇ ਸੰਬੰਧਾਂ ਸਮੁੱਚੇ ਰੂਪ ਵਿੱਚ ਵੱਖ ਨਹੀਂ ਹਨ, ਸਗੋਂ ਇੱਕ ਦੂਸਰੇ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਇਹਨਾਂ ਦਾ ਆਪਸੀ ਸੰਬੰਧਾਂ ਨੂੰ ਜਾਣਨਾ ਅਤੇ ਪੜ੍ਹਨਾ ਜ਼ਰੂਰੀ ਹੈ, ਕਿਉਂਕਿ ਮਨੁੱਖੀ ਸੰਬੰਧ ਇੱਕ ਦੂਸਰੇ ਨਾਲ ਜੁੜੇ ਹਨ। ਇਸ ਲਈ ਇਹਨਾਂ ਵਿਸ਼ਿਆਂ ਨੂੰ ਵੀ ਜੋੜ ਕੇ ਪੜ੍ਹਨ ਤੋਂ ਅਤੇ ਜ਼ਿਆਦਾ ਗਿਆਨ ਪ੍ਰਾਪਤ ਹੁੰਦਾ ਹੈ। ਜੇ ਅਸੀਂ ਇਹਨਾਂ ਸਾਰਿਆਂ ਨੂੰ ਜੋੜ ਕੇ ਪੜ੍ਹਦੇ ਹਾਂ ਤਾਂ ਜ਼ਿਆਦਾ ਗਿਆਨ ਪ੍ਰਾਪਤ ਹੁੰਦਾ ਹੈ। ਇੱਥੇ ਅਸੀਂ ਹੇਠ ਵਿਸ਼ੇ ਦਾ ਤੁਲਨਾਤਮਕ ਅਧਿਐਨ ਕਰਾਂਗੇ। ਇਸ ਦੇ ਵਿੱਚ ਅਸੀਂ ਪੜ੍ਹਾਂਗੇ ਕਿ ਰਾਜਨੀਤੀ ਸ਼ਾਸਤਰ ਦਾ ਇਹਨਾਂ ਦੂਸਰੇ ਜਿਹੜੇ ਸ਼ਾਸਤਰ ਹੈਗੇ, ਦੂਸਰੇ ਸਮਾਜਿਕ ਵਿਗਿਆਨ ਹੈਗੇ, ਉਹਨਾਂ ਨਾਲ ਕੀ ਸੰਬੰਧ ਹੈ। ਇਸ ਦੇ ਵਿੱਚ ਮੁੱਖ ਰੂਪ ਦੇ ਵਿੱਚ ਅਸੀਂ ਪੜ੍ਹਾਂਗੇ ਰਾਜਨੀਤੀ ਸ਼ਾਸਤਰ ਦਾ ਇਤਿਹਾਸ ਨਾਲ ਸੰਬੰਧ, ਰਾਜਨੀਤੀ ਸ਼ਾਸਤਰ ਅਤੇ ਅਰਥ ਸ਼ਾਸਤਰ, ਰਾਜਨੀਤੀ ਸ਼ਾਸਤਰ ਅਤੇ ਸਮਾਜ ਸ਼ਾਸਤਰ, ਰਾਜਨੀਤੀ ਸ਼ਾਸਤਰ ਅਤੇ ਨੀਤੀ ਸ਼ਾਸਤਰ, ਰਾਜਨੀਤੀ ਸ਼ਾਸਤਰ ਅਤੇ ਮਨੋਵਿਗਿਆਨ। ਇਹ 5 ਟੋਪਿਕ ਮੁੱਖ ਰੂਪ ਦੇ ਵਿੱਚ ਅਸੀਂ ਪੜ੍ਹਾਂਗੇ, ਰਾਈਟ। ਅਤੇ ਅੱਜ ਦਾ ਟੋਪਿਕ ਜਿਹੜਾ ਹੈ ਰਾਜਨੀਤੀ ਸ਼ਾਸਤਰ ਅਤੇ ਇਤਿਹਾਸ ਦਾ ਹੈ। ਇਤਿਹਾਸ ਅਤੇ ਰਾਜਨੀਤੀ ਸ਼ਾਸਤਰ ਵਿੱਚ ਗੂੜਾ ਸੰਬੰਧ ਹੈ। ਕਿਵੇਂ ਗੂੜਾ ਸੰਬੰਧ ਹੈ ਕਿ ਵੀ ਇਤਿਹਾਸਿਕ ਗਤੀਵਿਧੀਆਂ ਜਿਹੜੀਆਂ ਹੁੰਦੀਆਂ ਨੇ, ਜਿਹੜੀਆਂ ਰਾਜਨੀਤਿਕ ਗਤੀਵਿਧੀਆਂ ਹੁੰਦੀਆਂ, ਉਹੀ ਇਤਿਹਾਸ ਦਾ ਰੂਪ ਧਾਰਨ ਕਰਦੀਆਂ, ਇਤਿਹਾਸ ਦਾ ਮੁੱਖ ਮੋੜਦੀਆਂ ਨੇ। ਅਤੇ ਉਹ ਸਾਨੂੰ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਜਿਹੜੀਆਂ ਪਿਛਲੀਆਂ ਰਾਜਨੀਤਿਕ ਗਤੀਵਿਧੀਆਂ ਸੀ। ਜਿਸ ਕਰਕੇ ਅੱਜ ਜੋ ਸਿਚੁਏਸ਼ਨ ਹੈ ਕਿਉਂ ਹੈ, ਅੱਜ ਇਸ ਤਰ੍ਹਾਂ ਦਾ ਰਾਜ ਹੈ ਕਿਉਂ ਹੈ, ਅੱਜ ਇਸ ਤਰ੍ਹਾਂ ਦੀ ਸਰਕਾਰਾਂ ਹੈਗੀਆਂ ਕਿਉਂ ਹੈ, ਇਹ ਸਾਰਾ ਕੁਛ ਨਾ ਕੁਛ ਜਿਹੜੀਆਂ ਪਾਸਟ ਦੇ ਵਿੱਚ, ਇਤਿਹਾਸ ਦੇ ਵਿੱਚ ਜੋ ਰਾਜਨੀਤਿਕ ਗਤੀਵਿਧੀਆਂ ਹੋਈਆਂ ਇਸੇ ਕਰਕੇ ਆ।
ਫਰੀਮੈਨ ਕਹਿੰਦੇ ਹੈ ਕਿ ਇਤਿਹਾਸ ਬੀਤੇ ਸਮੇਂ ਦੀ ਰਾਜਨੀਤੀ ਹੈ। ਬੀਤੇ ਸਮੇਂ ਦੀ ਯਾਨੀ ਕਿ ਇਤਿਹਾਸ ਕੀ ਹੈ, ਜੋ ਅੱਜ ਅਸੀਂ ਇਤਿਹਾਸ ਦੇ ਰੂਪ 'ਚ ਪੜ੍ਹਦੇ ਉਹ ਪਿਛਲੇ ਸਮਾਂ 'ਚ ਯਾਨੀ ਕਿ ਪਾਸਟ ਦੇ ਵਿੱਚ ਉਹ ਰਾਜਨੀਤੀ ਗਤੀਵਿਧੀਆਂ ਸਨ ਅਤੇ ਰਾਜਨੀਤੀ ਵਰਤਮਾਨ ਸਮੇਂ ਦਾ ਇਤਿਹਾਸ ਹੈ। ਔਰ ਅੱਜ ਦੀ ਜਿਹੜੀ ਰਾਜਨੀਤੀ ਹੁੰਦੀ ਹੈ ਚੱਲ ਰਹੀ ਹੈ, ਇਹ ਵਰਤਮਾਨ ਸਮੇਂ ਦਾ ਇਤਿਹਾਸ ਹੈ। ਇਹ ਆਉਣ ਵਾਲੇ ਸਮੇਂ 'ਚ ਸਾਡੇ ਇਤਿਹਾਸ ਦੇ ਵਿੱਚ ਦਰਜ ਹੋਏਗਾ ਅਤੇ ਅਸੀਂ ਇਸ ਨੂੰ ਪੜ੍ਹਾਂਗੇ। ਅਤੇ ਅਸੀਂ ਕਹਿ ਸਕਦੇ ਹਾਂ ਕਿ ਵੀ ਪ੍ਰੋਫੈਸਰ ਸੀਲੇ ਕਹਿੰਦੇ ਕਿ ਬਿਨਾਂ ਰਾਜਨੀਤੀ ਇਤਿਹਾਸ ਨੂੰ ਲੱਗੇ ਫੁੱਲ ਫਲ ਨਹੀਂ ਲੱਗ ਸਕਦਾ। ਇਸੇ ਤਰ੍ਹਾਂ ਇਤਿਹਾਸ ਤੋਂ ਬਿਨਾਂ ਰਾਜਨੀਤੀ ਵੀ ਨਿਰਮੂਲ ਹੈ। ਅਤੇ ਇਸ ਚੀਜ਼ ਨੂੰ ਆਪਾਂ ਅੱਗੇ ਲੈ ਕੇ ਚੱਲਦੇ ਹਾਂ ਕਿ ਇਤਿਹਾਸ ਦੀ ਰਾਜ ਸ਼ਾਸਤਰ ਨੂੰ ਦੇਣ ਕੀ ਹੈ, ਕਿਹੜੀ ਦੇਣ ਹੈ। ਆਪਾਂ ਦੇਖ ਸਕਦੇ ਹਾਂ ਕਿ ਸਭ ਤੋਂ ਪਹਿਲਾ ਪੁਆਇੰਟ ਹੈ, ਇਤਿਹਾਸ ਰਾਜਨੀਤਿਕ ਘਟਨਾਵਾਂ ਦਾ ਖਜ਼ਾਨਾ ਹੈ। ਇਤਿਹਾਸ ਕੀ ਹੈ? ਰਾਜਨੀਤਿਕ ਘਟਨਾਵਾਂ ਦਾ ਖਜ਼ਾਨਾ ਹੈ। ਜਿੰਨੇ ਵੀ ਰਾਜਨੀਤਿਕ ਘਟਨਾਵਾਂ ਵਾਪਰਦੀਆਂ ਹਨ ਉਸ ਨੂੰ ਇਤਿਹਾਸ ਦੇ ਵਿੱਚ ਦਰਜ ਕੀਤਾ ਜਾਂਦਾ ਹੈ। ਜੇ ਅੱਜ ਅਸੀਂ ਲੋਕਤੰਤਰਿਕ ਪ੍ਰਣਾਲੀ ਦੇ ਵਿੱਚ ਰਹਿੰਦੇ ਹਾਂ ਅਤੇ ਇਹਦੇ ਪਿੱਛੇ ਬਹੁਤ ਸਾਰੀਆਂ ਘਟਨਾਵਾਂ ਇਤਿਹਾਸ ਦੇ ਵਿੱਚ ਵਾਪਰੀਆਂ। ਜੇ ਅੱਜ ਇਕੁਐਲਿਟੀ ਹੈ, ਬਰਾਬਰਤਾ ਹੈ, ਅਤੇ ਇਸ ਦੇ ਲਈ ਅਸੀਂ ਪੜ੍ਹਦੇ ਹਾਂ ਕਿਸ ਤਰ੍ਹਾਂ ਅਮੈਰੀਕਨ ਰੈਵੋਲੂਸ਼ਨ ਹੋਇਆ, ਕਿਸ ਤਰ੍ਹਾਂ ਫਰੈਂਚ ਰੈਵੋਲੂਸ਼ਨ ਹੈ, ਉਹਨਾਂ ਨੇ ਕਿਹੜੀਆਂ ਮਤਲਬ ਕਿਵੇਂ ਅੱਜ ਦੇ ਰਾਜਨੀਤਿਕ ਪ੍ਰਣਾਲੀ ਨੂੰ ਹੈਲਪ ਕੀਤਾ ਹੈ। ਅਤੇ ਇਸ ਤਰ੍ਹਾਂ ਅਸੀਂ ਜਦੋਂ ਰਾਜਨੀਤਿਕ ਸ਼ਾਸਤਰ ਨੂੰ ਪੜ੍ਹਦੇ ਹਾਂ ਅਤੇ ਇਤਿਹਾਸ ਦੀ ਜਿਹੜੀਆਂ ਘਟਨਾਵਾਂ ਹਨ ਉਸ ਨੂੰ ਸਮਝਣ ਦਾ ਯਤਨ ਕਰਦੇ ਹਨ। ਉਸ ਦੇ ਵਿੱਚ ਅਸੀਂ ਇਤਿਹਾਸ ਦਾ ਸਹਾਰਾ ਲੈਂਦੇ ਹਨ। ਅੱਗੇ ਹਰ ਰਾਜਨੀਤਿਕ ਸੰਸਥਾਵਾਂ ਦਾ ਇਤਿਹਾਸ ਪਿਛੋਕੜ ਹੁੰਦਾ ਹੈ। ਅਗਰ ਰਾਜਨੀਤਿਕ ਸੰਸਥਾਵਾਂ ਦੀ ਗੱਲ ਕਰਦੇ ਕੋਈ ਵੀ ਮੰਨ ਲਓ ਤਾਂ ਉਹਦਾ ਕੀ ਪਿਛੋਕੜ, ਕਿਵੇਂ ਪੈਦਾ ਹੋਇਆ, ਕਿਵੇਂ ਬਣਿਆ। ਜਿਵੇਂ ਕਿ ਕਾਂਗਰਸ ਦਾ ਜਨਮ 1885 ਦੇ ਵਿੱਚ ਹੋਇਆ ਸੀ। ਅਗਰ BJP ਦੀ ਗੱਲ ਕਰਦੇ ਤਾਂ ਇਹ 1980 ਦੇ ਵਿੱਚ ਹੋਇਆ ਸੀ। ਅਤੇ ਇਸ ਤਰੀਕੇ ਨਾਲ ਉਹਦਾ ਇੱਕ ਪਿਛੋਕੜ ਹੈ, ਉਹ ਕਿਹਨਾਂ ਨੇ ਉਹਨਾਂ ਨੂੰ ਫਾਰਮ ਕੀਤਾ, ਉਤਪੱਤੀ ਦੇ ਕੀ ਕਾਰਨ ਸੀਗੇ, ਕਿਵੇਂ ਅੱਜ ਦੇ ਸਮਾਂ ਦੇ ਵਿੱਚ ਵਿਕਾਸ ਹੋ ਕੇ ਆਇਆ ਹੈ। ਇਹ ਸਾਰਾ ਕੁਝ ਅਸੀਂ ਪੜ੍ਹਦੇ। ਇਤਿਹਾਸ ਅਗਲਾ ਪੁਆਇੰਟ ਹੈ, ਇਤਿਹਾਸ ਹੈ ਰਾਜਨੀਤਿਕ ਸਫਲਤਾਵਾਂ ਦਾ ਸੰਗ੍ਰਹਿ ਹੈ। ਯਾਨੀ ਕਿ ਜਿੰਨੀਆਂ ਵੀ ਸਫਲਤਾਵਾਂ ਅਸਫਲਤਾਵਾਂ ਰਾਜਨੀਤੀ ਵਿੱਚ ਪ੍ਰਾਪਤ ਹੋਈਆਂ ਉਸ ਦੇ ਬਾਰੇ ਵੀ ਲਿਖਿਆ ਜਾਂਦਾ ਹੈ। ਕਈ ਸਫਲ ਇਤਿਹਾਸ ਦੇ ਵਿੱਚ ਕਹਾਣੀਆਂ ਦਰਜ ਹਨ, ਕਈ ਅਸਫਲ ਕਹਾਣੀਆਂ ਵੀ ਦਰਜ ਹਨ। ਅੱਗੇ ਇਤਿਹਾਸ ਰਾਜਨੀਤਿਕ ਸ਼ਾਸਤਰ ਦੀ ਪ੍ਰਯੋਗਸ਼ਾਲਾ ਹੈ। ਇਤਿਹਾਸ ਰਾਜਨੀਤਿਕ ਸ਼ਾਸਤਰ ਦੀ ਪ੍ਰਯੋਗਸ਼ਾਲਾ ਹੈ। ਕਿਵੇਂ ਹੈ ਕਿ ਮਨੁੱਖ ਦੀ ਸਫਲਤਾਵਾਂ ਅਸਫਲਤਾਵਾਂ ਦਾ ਸੰਗ੍ਰਹਿ ਹੋਣ ਦੇ ਨਾਲ ਸਾਨੂੰ ਮਾਰਗਦਰਸ਼ਨ ਕਰਦੇ ਹਨ। ਇਹ ਅਸੀਂ ਘਟਨਾਵਾਂ ਤੋਂ ਸਬਕ ਸਿੱਖਦੇ ਹਾਂ ਅਤੇ ਸੁਚੇਤ ਹੋ ਜਾਂਦੇ ਹਾਂ ਕਿ ਆਪਣੀ ਗਲਤੀਆਂ ਨੂੰ ਦੁਬਾਰਾ ਤੋਂ ਨਾ ਦੁਹਰਾਈਏ। ਅਤੇ ਇਸ ਤਰੀਕੇ ਨਾਲ ਅਸੀਂ ਵੇਖਦੇ ਹਾਂ ਕਿਸ ਤਰੀਕੇ ਨਾਲ ਇਹ ਸਾਨੂੰ ਇਹ ਰਾਜਨੀਤਿਕ ਸ਼ਾਸਤਰ ਦੀ ਪ੍ਰਯੋਗਸ਼ਾਲਾ ਇਤਿਹਾਸ ਬਣ ਜਾਂਦੀ ਹੈ। ਕਿਸੇ ਅੱਜ ਭਾਰਤ ਅਗਰ ਧਰਮ ਨਿਰਪੱਖ ਰਾਜ ਬਣਿਆ ਹੈ, ਅਗਰ ਭਾਰਤ ਇੱਕ ਬਹੁਤ ਧਰਮੀ ਰਾਜ ਹੈ ਅਤੇ ਕੋਈ ਵੀ ਇੱਕ ਧਰਮ ਨਹੀਂ ਲਾਦਿਆ ਗਿਆ ਭਾਰਤ 'ਤੇ, ਇਸ ਦਾ ਮਤਲਬ ਇਹ ਕਿ ਵੀ ਇਸ ਦੇ ਪਿੱਛੇ ਬਹੁਤ ਸਾਰੀ ਗੱਲਾਂ ਹੈਗੀਆਂ ਜਿਸ ਕਰਕੇ ਕਿ ਅੱਜ ਅਸੀਂ ਇਸ ਸਿਚੁਏਸ਼ਨ 'ਚ ਪਹੁੰਚੇ। ਕਿਉਂਕਿ ਧਰਮ ਜਿਹੜੀ ਹੈ ਆਲਮੋਸਟ ਕੋਈ ਵੀ ਹੈ, ਅਗਰ ਦੇਸ਼ ਧਾਰਮਿਕ ਹੁੰਦਾ, ਅਗਰ ਲੋਕਾਂ ਨੂੰ ਧਾਰਮਿਕ ਸੁਤੰਤਰਤਾ ਨਹੀਂ ਹੁੰਦੀ ਹੈ ਅਤੇ ਫਿਰ ਲੋਕ ਅਲੱਗ ਦਿਸ਼ਾ ਵੱਲ ਤੁਰ ਪੈਂਦੇ ਨੇ। ਇਸ ਲਈ ਕਿਹਾ ਜਾਂਦਾ ਹੈ ਕਿ ਵੀ ਰਾਜਨੀਤੀ ਸ਼ਾਸਤਰ ਦੀ ਇਤਿਹਾਸ ਜਿਹੜੀ ਹੈ ਪ੍ਰਯੋਗਸ਼ਾਲਾ ਹੈ ਅਤੇ ਆਪਾਂ ਨੂੰ ਉਸ ਤੋਂ ਬਹੁਤ ਸਿੱਖਿਆ ਮਿਲਦੀ ਹੈ। ਇਤਿਹਾਸ ਰਾਜਨੀਤਿਕ ਬਦਲਾਅ ਦੀ ਵਿਆਖਿਆ ਕਰਦਾ। ਜਿੰਨੇ ਵੀ ਰਾਜਨੀਤਿਕ ਬਦਲਾਅ ਹੁੰਦੇ ਹਨ ਉਸ ਦੀ ਵਿਆਖਿਆ ਇਤਿਹਾਸ ਕਰਦਾ ਹੈ। ਉਹ ਸਿਚੁਏਸ਼ਨ ਕਿਵੇਂ ਸੀ, ਪਹਿਲਾਂ ਰਾਜਤੰਤਰ ਸੀ, ਫਿਰ ਕੁਲੀਨਤੰਤਰ ਆਇਆ, ਫਿਰ ਤਾਨਾਸ਼ਾਹੀ ਕਈ ਜਗ੍ਹਾ ਹੋਇਆ, ਇਹਨਾਂ ਦਾ ਪਤਨ ਕਿਵੇਂ ਹੋਇਆ ਅਤੇ ਅੱਜ ਲੋਕਤੰਤਰ ਹੈ ਇਹ ਕਿਵੇਂ ਚੱਲ ਰਿਹਾ ਹੈ। ਰਾਜ ਦਾ ਖੇਤਰ ਪਹਿਲਾਂ ਕਿੰਨਾ ਸੀ, ਸੀਮਿਤ ਸੀ ਅਤੇ ਹੁਣ ਕਿੰਨਾ ਵੱਧ ਗਿਆ। ਇਹ ਸਾਰੀ ਚੀਜ਼ਾਂ ਅਸੀਂ ਇਤਿਹਾਸ ਦੇ ਹੈਲਪ ਨਾਲ ਹੀ ਪੜ੍ਹਦੇ ਹਾਂ ਅਤੇ ਇਸ ਲਈ ਇਤਿਹਾਸ ਰਾਜਨੀਤਿਕ ਪ੍ਰਣਾਲੀ ਵਿੱਚ ਪਰਿਵਰਤਨ ਦੀਆਂ ਵਿਆਖਿਆ ਕਰਦਾ ਹੈ। ਅੱਗੇ ਅਸੀਂ ਚੱਲਦੇ ਹਾਂ। ਇਤਿਹਾਸ ਰਾਜਨੀਤਿਕ ਪ੍ਰਣਾਲੀ ਵਿੱਚ ਆਏ ਬਦਲਾਵ ਦੀਆਂ ਵਿਆਖਿਆ ਕਰਦਾ ਹੈ। ਪੁਆਇੰਟ ਆਪਣਾ ਹੋ ਗਿਆ। ਅਤੇ ਰਾਜਨੀਤਿਕ ਸ਼ਾਸਤਰ ਦੀ ਇਤਿਹਾਸ ਨੂੰ ਕੀ ਦੇਣ, ਰਾਜਨੀਤਿਕ ਸ਼ਾਸਤਰ ਨੇ ਇਤਿਹਾਸ ਨੂੰ ਕਿਹੜੀਆਂ ਦੇਣ ਦਿੱਤੀਆਂ, ਇਹਦਾ ਮਤਲਬ ਕੀ ਹੈ। ਇੱਕ ਪੁਆਇੰਟ ਕਰਕੇ ਅਸੀਂ ਐਕਸਪਲੇਨ ਕਰਦੇ ਹਾਂ ਕਿ ਅੱਜ ਦੀ ਰਾਜਨੀਤੀ ਕੱਲ੍ਹ ਦਾ ਇਤਿਹਾਸ ਹੈ। ਮਤਲਬ ਕੀ ਹੈ, ਅੱਜ ਜੋ ਵੀ ਰਾਜਨੀਤੀ ਹੋ ਰਿਹਾ ਉਹ ਘਟਨਾਵਾਂ ਅੱਜ ਦੀਆਂ ਘਟਨਾਵਾਂ ਸਾਰੀਆਂ ਜਿਹੜੀਆਂ ਇਤਿਹਾਸ ਦੇ ਵਿੱਚ ਦਰਜ ਹੁੰਦੀਆਂ ਨੇ ਅਤੇ ਉਹ ਅਗਲੇ ਸਮੇਂ 'ਚ ਆ ਕੇ ਪੜ੍ਹੇ ਜਾਂਦੇ ਕਿ ਵੀ ਇਹ ਬਦਲਾਵ ਜਿਹੜਾ ਆਇਆ ਇਹ ਰਾਜਨੀਤਿਕ ਡਿਸੀਜ਼ਨਾਂ ਕਰਕੇ, ਇਹ ਰਾਜਨੀਤਿਕ ਕਾਰਨਾਂ ਕਰਕੇ ਆਇਆ। ਅਤੇ ਇਸ ਲਈ ਅੱਜ ਦੀ ਰਾਜਨੀਤੀ ਕੱਲ੍ਹ ਦਾ ਇਤਿਹਾਸ ਪੜ੍ਹਦਾ ਹੈ। ਉਸ ਤੋਂ ਬਾਅਦ ਇਤਿਹਾਸ ਲਈ ਸਮੱਗਰੀ
ਰਾਜਨੀਤੀ ਸ਼ਾਸਤਰ ਪ੍ਰਦਾਨ ਕਰਦਾ ਹੈ। ਅਗਰ ਰਾਜਨੀਤੀ ਸ਼ਾਸਤਰ ਦੀ ਗੱਲ ਕਰਦੇ ਹਾਂ ਤਾਂ ਇਹ ਇਤਿਹਾਸ ਲਈ ਸਮੱਗਰੀ ਪ੍ਰਦਾਨ ਕਰਦਾ ਹੈ। ਕਿਵੇਂ? ਜੇ ਅੱਜ ਦੀਆਂ ਰਾਜਨੀਤਿਕ ਘਟਨਾਵਾਂ ਨਹੀਂ ਹੋਣਗੀਆਂ ਕੋਈ ਵੀ, ਤਾਂ ਉਸਨੂੰ ਲਿਖਿਆ ਕਿਵੇਂ ਜਾਏਗਾ? ਘਟਨਾਵਾਂ ਦੀ ਗੱਲ ਕਰਦੇ ਕਿ ਵੀ ਕਿਸ ਤਰੀਕੇ ਨਾਲ 1917 ਦੇ ਵਿੱਚ ਰੂਸ ਦੇ ਵਿੱਚ ਕ੍ਰਾਂਤੀ ਆਈ, ਜਾਂ 1688 ਵਿੱਚ ਇੰਗਲੈਂਡ ਦੇ ਵਿੱਚ ਸ਼ਾਨਦਾਰ ਕ੍ਰਾਂਤੀ ਆਈ। ਇਹ ਸਾਰੀ ਰਾਜਨੀਤਿਕ ਘਟਨਾਵਾਂ ਸੀ। ਜਾਂ ਫਿਰ ਕਿਵੇਂ ਫਰੈਂਚ ਰੈਵੋਲੂਸ਼ਨ ਹੋਇਆ, ਕਿਵੇਂ ਅਮਰੀਕਨ ਰੈਵੋਲੂਸ਼ਨ ਹੋਇਆ, ਇਹ ਸਾਰੀ ਰਾਜਨੀਤਿਕ ਘਟਨਾਵਾਂ ਸੀਗੀਆਂ ਜਿਸ ਨੇ ਕਿ ਇਤਿਹਾਸ ਨੂੰ ਸਾਮਗਰੀ ਪ੍ਰਦਾਨ ਕੀਤਾ। ਰਾਜਨੀਤਿਕ ਘਟਨਾਵਾਂ ਇਤਿਹਾਸ ਦਾ ਰੁਖ ਮੋੜ ਦਿੰਦੀਆਂ ਹਨ। ਅਤੇ ਅਸੀਂ ਅਗਰ 1917 ਦੀ ਰੂਸ ਦੀ ਕ੍ਰਾਂਤੀ ਦਾ ਅਗਰ ਵਰਣਨ ਕਰਦੇ ਹਾਂ ਤਾਂ ਅਸੀਂ ਇਹ ਦੇਖਣ ਨੂੰ ਮਿਲਦੇ ਕਿ ਵੀ ਇਹ ਰੂਸ ਦੇ ਪੂਰੇ ਜਿਹੜਾ ਜ਼ਾਰ ਤੰਤਰ ਸੀਗਾ ਉਸ ਨੂੰ ਕਿਵੇਂ, ਉਸ ਦਾ ਰੁਖ ਕਿਵੇਂ ਮੋੜ ਦਿੱਤਾ, ਅਤੇ ਕਿਵੇਂ ਇਹ ਰੂਸ ਨੂੰ ਸੋਸ਼ਲਿਜ਼ਮ ਮਾਰਕਸਿਜ਼ਮ ਨੂੰ ਵੱਲ ਲੈ ਗਿਆ। ਫਿਰ ਕਿਵੇਂ 1991 ਦੇ ਕਰੀਬ ਜਦੋਂ ਜਾ ਕੇ ਇਹ ਜਿਹੜਾ ਆਪਣਾ ਉੱਥੇ ਉਦਾਰੀਕਰਨ ਹੋਇਆ, ਅਤੇ ਉਸ ਘਟਨਾ ਨੇ ਵੀ ਕਿਸ ਤਰੀਕੇ ਨਾਲ ਰੂਸ ਦਾ ਜਿਹੜਾ ਫਿਊਚਰ ਦਾ ਰੁਖ ਮੋੜ ਦਿੱਤਾ। ਇਸ ਲਈ ਜੋ ਵੀ ਰਾਜਨੀਤਿਕ ਘਟਨਾਵਾਂ ਹੁੰਦੀਆਂ ਨੇ ਉਹ ਇਤਿਹਾਸ ਦਾ ਹਿੱਸਾ ਬਣਦੀਆਂ। ਬੇਸਿਕਲੀ ਰਾਜਨੀਤਿਕ ਘਟਨਾਵਾਂ ਵੀ ਬਾਅਦ ਦੇ ਵਿੱਚ ਇਤਿਹਾਸ ਬਣ ਜਾਂਦੀਆਂ। ਉਮੀਦ ਹੈ ਕਿ ਤੁਹਾਨੂੰ ਪੁਆਇੰਟ ਸਮਝ ਲੱਗੇ ਹੋਣੇ। ਤਾਂ ਅੱਗੇ ਚੱਲਦੇ, ਰਾਜਨੀਤਿਕ ਸ਼ਾਸਤਰ ਅਤੇ ਇਤਿਹਾਸ ਵਿਚਕਾਰ ਸੰਬੰਧ ਕੀ ਹੈ? ਅਗਰ ਦੇਖੀਏ ਤਾਂ ਦੋਨਾਂ ਦੇ ਖੇਤਰ ਵਿੱਚ ਅੰਤਰ ਹੈ। ਅਗਰ ਰਾਜਨੀਤਿਕ ਸ਼ਾਸਤਰ ਦੀ ਗੱਲ ਕਰਦੇ ਹਾਂ ਤਾਂ ਰਾਜਨੀਤਿਕ ਸ਼ਾਸਤਰ ਦੇ ਮੁਕਾਬਲੇ ਇਤਿਹਾਸ ਦਾ ਜਿਹੜਾ ਖੇਤਰ ਹੈ ਇਹ ਬਹੁਤ ਵਿਸ਼ਾਲ ਹੈ। ਇਤਿਹਾਸ ਮਨੁੱਖ ਦੇ ਸੰਪੂਰਨ ਜੀਵਨ ਦੇ ਵਿਕਾਸ ਦੀ ਪੜਚੋਲ ਕਰਦਾ ਹੈ। ਉਹ ਸਾਰੀਆਂ ਆਰਥਿਕ, ਸਮਾਜਿਕ, ਰਾਜਨੀਤਿਕ, ਸੱਭਿਆਚਾਰਕ ਸਾਰੀ ਘਟਨਾਵਾਂ ਨੂੰ ਅਧਿਐਨ ਕਰਦਾ, ਜਦਕਿ ਰਾਜਨੀਤਿਕ ਸ਼ਾਸਤਰ ਹੈ ਜਿਹੜਾ ਇਹ ਸਿਰਫ ਰਾਜਨੀਤਿਕ ਘਟਨਾਵਾਂ ਔਰ ਰਾਜਨੀਤਿਕ ਕਿਰਿਆਕਲਾਪਾਂ ਨਾਲ ਸੀਮਿਤ ਹੈ। ਅਤੇ ਉਸ ਤੋਂ ਬਾਅਦ ਦੋਨਾਂ ਦੇ ਸਮੇਂ ਦੇ ਨਾਲ ਸੰਬੰਧ ਵਿੱਚ ਅੰਤਰ ਹੈ। ਇਤਿਹਾਸ ਪਾਸਟ ਨੂੰ ਪੜ੍ਹਦਾ ਹੈ, ਜਦਕਿ ਰਾਜਨੀਤਿਕ ਸ਼ਾਸਤਰ ਪ੍ਰੈਜ਼ੈਂਟ, ਪਾਸਟ, ਫਿਊਚਰ ਸਾਰੇ ਨਾਲ ਸੰਬੰਧ ਰੱਖਦਾ ਹੈ। ਦੋਨਾਂ ਦੇ ਅਗਰ ਉਦੇਸ਼ਾਂ ਦੀ ਗੱਲ ਕਰਦੇ ਹਾਂ ਤਾਂ ਦੋਨਾਂ ਦੇ ਉਦੇਸ਼ਾਂ ਵਿੱਚ ਵੀ ਬੜਾ ਅੰਤਰ ਹੈ। ਇਤਿਹਾਸ ਕੇਵਲ ਬੀਤੀਆਂ ਘਟਨਾਵਾਂ ਦਾ ਵਰਣਨ ਕਰਦਾ ਹੈ ਅਤੇ ਉਹਨਾਂ ਦੇ ਭਵਿੱਖ ਸੰਬੰਧੀ ਕੋਈ ਸਿੱਟੇ ਨਹੀਂ ਕੱਢਦਾ, ਜਦਕਿ ਰਾਜਨੀਤਿਕ ਸ਼ਾਸਤਰ ਜਿਹੜਾ ਹੈ ਇਹ ਪਾਸਟ, ਪ੍ਰੈਜ਼ੈਂਟ, ਫਿਊਚਰ ਨੂੰ ਲੈ ਕੇ ਆਉਣ ਵਾਲੇ ਸਮੇਂ ਦੀ ਭਵਿੱਖਬਾਣੀ ਵੀ ਕਰਦਾ ਹੈ ਅਤੇ ਕਿਸ ਤਰ੍ਹਾਂ ਦਾ ਹੋ ਸਕਦਾ। ਅਤੇ ਰਾਜਨੀਤਿਕ ਸ਼ਾਸਤਰ ਦਾਰਸ਼ਨਿਕ ਪੱਖ ਹੈ, ਜਦਕਿ ਇਤਿਹਾਸ ਦਾ ਕੋਈ ਦਾਰਸ਼ਨਿਕ ਪੱਖ ਨਹੀਂ ਹੁੰਦਾ ਹੈ। ਦੋਨਾਂ ਦੇ ਅਧਿਐਨ ਵਿਧੀਆਂ ਵਿੱਚ ਅੰਤਰ ਦੀ ਗੱਲ ਕਰਦੇ ਹਾਂ ਤਾਂ ਦੋਨਾਂ ਦੇ ਅਧਿਐਨ ਵਿਧੀ ਵਿੱਚ ਅੰਤਰ ਹੈ। ਜਿਹੜਾ ਰਾਜਨੀਤਿਕ ਸ਼ਾਸਤਰ ਹੈ ਇਹ ਵਿਸ਼ਲੇਸ਼ਣਾਤਮਕ ਹੈ ਅਤੇ ਜਿਹੜਾ ਇਤਿਹਾਸ ਹੈ ਉਹ ਵਿਆਖਿਆਤਮਕ ਹੈ। ਅੱਗੇ ਸਿੱਟਾ ਹੈ ਕਿ ਵੀ ਇਤਿਹਾਸ ਅਤੇ ਰਾਜਨੀਤਿਕ ਸ਼ਾਸਤਰ ਵਿੱਚ ਗੂੜਾ ਸੰਬੰਧ ਹੈ, ਪਰ ਦੋਨੋਂ ਸੁਤੰਤਰ ਵਿਸ਼ੇ ਹਨ। ਬਾਰਕਰ ਕਹਿੰਦੇ ਹਨ ਕਿ ਭਾਵੇਂ ਇਤਿਹਾਸ ਅਤੇ ਰਾਜਨੀਤਿਕ ਸ਼ਾਸਤਰ ਦੀਆਂ ਹੱਦਾਂ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਨਾਲ ਚੱਲਦੀਆਂ ਹਨ, ਫਿਰ ਵੀ ਇੱਕ ਦੂਜੇ ਤੋਂ ਵੱਖਰੇ ਅਤੇ ਸੁਤੰਤਰ ਅਧਿਐਨ ਦੇ ਵਿਸ਼ੇ ਹਨ। ਜਿਵੇਂ ਕਿ ਅਸੀਂ ਦੇਖਿਆ, ਪੜ੍ਹਿਆ ਹੁਣੇ ਕਿ ਵੀ ਰਾਜਨੀਤਿਕ ਸ਼ਾਸਤਰ ਪਾਸਟ ਦੇ ਹਰ ਇੱਕ ਚੀਜ਼ ਦਾ ਅਧਿਐਨ ਕਰਦਾ ਹੈ, ਰਾਜਨੀਤਿਕ ਗਤੀਵਿਧੀਆਂ ਦਾ, ਉਸ ਤੋਂ ਬਾਅਦ ਆਰਥਿਕ ਗਤੀਵਿਧੀਆਂ ਦਾ, ਸਮਾਜਿਕ ਗਤੀਵਿਧੀਆਂ ਦਾ, ਧਾਰਮਿਕ ਗਤੀਵਿਧੀਆਂ ਦਾ, ਈਵਨ ਕਿ ਕਲਚਰਲ ਆਸਪੈਕਟਸ ਦਾ, ਪਰ ਇਤਿਹਾਸ ਕਰਦਾ ਹੈ। ਪਰ ਰਾਜਨੀਤਿਕ ਸ਼ਾਸਤਰ ਸਿਰਫ ਰਾਜਨੀਤਿਕ ਗਤੀਵਿਧੀਆਂ ਦਾ ਅਧਿਐਨ ਕਰਦਾ। ਪਰ ਰਾਜਨੀਤਿਕ ਸ਼ਾਸਤਰ ਦਾ ਸੰਬੰਧ ਪਾਸਟ, ਪ੍ਰੈਜ਼ੈਂਟ, ਫਿਊਚਰ ਤਿੰਨ ਨਾਲ ਹੈ, ਜਦਕਿ ਇਤਿਹਾਸ ਦਾ ਸੰਬੰਧ ਸਿਰਫ ਬੀਤੇ ਸਮੇਂ ਨਾਲ ਹੈ। ਤਾਂ ਉਮੀਦ ਹੈ ਕਿ ਤੁਹਾਨੂੰ ਇਤਿਹਾਸ ਅਤੇ ਰਾਜਨੀਤਿਕ ਸ਼ਾਸਤਰ ਦੇ ਸੰਬੰਧ ਬਾਰੇ ਥੋੜ੍ਹਾ ਜਿਹਾ ਗਿਆਨ ਮਿਲਿਆ ਹੋਣਾ, ਅਤੇ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਤਾਂ ਕਿ ਦੂਸਰੇ ਵੀ ਇਸ ਤੋਂ ਫਾਇਦਾ ਉਠਾ ਸਕਣ। ਥੈਂਕ ਯੂ, ਬੈਸਟ ਆਫ ਲੱਕ, God bless you, take care, bye bye.